अस्सलाम वालेकुम शानी जट वीलॉग ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ ਆਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਬਾਦ ਹੋ ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਵੇਖਣ ਵਾਲੇ ਤੇ ਸੁਣਨ ਵਾਲਿਆਂ ਨੂੰ ਰਿਕੁਐਸਟ ਹੈ ਕਿ ਮੇਰੇ ਇਸ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਜਿਹੜੇ ਬੈਲ ਆਈਕਨ ਹੈ ਉਹਨੂੰ ਦਬਾਓ ਤਾਂ ਕਿ ਮੇਰਾ ਵੀਲੌਗ ਜਿਹੜਾ ਨਾ ਤੁਹਾਨੂੰ ਤੁਹਾਡੇ ਤੱਕ ਵਕਤ ਦੇ ਉੱਤੇ ਪਹੁੰਚ ਸਕੇ। ਅੱਛਾ ਜਨਾਬ, ਖਬਰਾਂ ਦੇ ਉੱਤੇ ਆਉਂਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਈਰਾਨ ਅਤੇ ਅਮਰੀਕਾ ਦੀ ਜੰਗ ਲੱਗੀ ਹੋਈ ਹੈ ਅਤੇ ਜੰਗ ਦੀ ਵਜ੍ਹਾ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾ ਮਹਿੰਗਾਈ ਦਾ ਇੱਕ ਜ਼ਬਰਦਸਤ ਕਿਸਮ ਦਾ ਤੂਫਾਨ ਆਇਆ ਹੋਇਆ। ਪੈਟਰੋਲ ਵੀ ਮਹਿੰਗਾ ਹੋ ਗਿਆ, ਡੀਜ਼ਲ ਵੀ ਮਹਿੰਗਾ ਹੋ ਗਿਆ ਅਤੇ ਖਾਣ ਪੀਣ ਵਾਲੀ ਜਿਹੜੀਆਂ ਸ਼ੈਵਾਂ ਨੇ ਉਹ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਨੇ। ਅਤੇ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਨਾ ਪੈਟਰੋਲ ਜਿਹੜਾ ਨਾ ਬਹੁਤ ਮਹਿੰਗਾ ਹੋ ਚੁੱਕਿਆ ਅਤੇ ਉਹਦੀ ਵਜ੍ਹਾ ਨਾਲ ਕਿਰਾਏ ਵੀ ਮਹਿੰਗੇ ਹੋ ਗਏ ਨੇ, ਖਾਣ ਪੀਣ ਵਾਲੀ ਸ਼ੈਵਾਂ ਵੀ ਬੜੀਆਂ ਮਹਿੰਗੀਆਂ ਹੋ ਗਈਆਂ ਨੇ। ਅਤੇ ਹੁਕੂਮਤ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਇਆ ਕੁਝ ਦਿਨ ਪਹਿਲੇ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਜਿਹੜਾ ਉਹ ਲੇਵੀ ਕੀ ਸੀ ਪੈਟਰੋਲ ਦੇ ਉੱਤੇ ਉਹ ਖ਼ਤਮ ਕਰ ਦਿੱਤੀ ਹੈ। ਇਹਨੂੰ ਆਮ ਜ਼ਬਾਨ ਦੇ ਵਿੱਚ ਟੈਕਸ ਵੀ ਕਹਿੰਦੇ ਨੇ ਕਿ ਜਿਹੜਾ ਟੈਕਸ ਲੱਗਦਾ ਸੀ ਨਾ ਪੈਟਰੋਲ ਦੇ ਉੱਤੇ ਅਤੇ ਉਹਦੀ ਵਜ੍ਹਾ ਨਾਲ ਤੁਸੀਂ ਬਹੁਤ ਜ਼ਿਆਦਾ ਪੇ ਕਰਦੇ ਸੀ ਲੀਟਰ 1 ਲੀਟਰ ਪਿੱਛੇ 2 ਲੀਟਰ ਪਿੱਛੇ ਜਿੰਨਾ ਵੀ ਤੁਸੀਂ ਪੈਟਰੋਲ ਪਵਾਉਂਦੇ ਸੀ ਬਾਈਕਾਂ ਦੇ ਵਿੱਚ ਗੱਡੀਆਂ ਦੇ ਵਿੱਚ ਅਤੇ ਉਹ ਟੈਕਸ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਸੀ। ਅਤੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਜਨਾਬ ਉਹ ਲੇਵੀ ਖ਼ਤਮ ਕਰ ਦਿੱਤੀ ਅਤੇ 80 ਰੁਪਏ ਜਿਹੜਾ ਨਾ ਉਹ ਪੈਟਰੋਲ ਸਸਤਾ ਹੋ ਗਿਆ। ਅਤੇ ਹੁਣ ਜਿਹੜੀ ਮੌਜੂਦਾ ਕੀਮਤ ਹੈਗੀ ਹੈ ਇਸ ਟਾਈਮ ਪੈਟਰੋਲ ਦੀ ਉਹ ਹੈਗੀ ਹੈ ਜਨਾਬ 378 ਰੁਪਏ। ਠੀਕ ਹੈ, ਇਹ ਤਾਂ ਵਫਾਕੀ ਹੁਕੂਮਤ ਦਾ ਕੰਮ ਹੈਗਾ ਕਿ ਉਹਨੇ ਪੈਟਰੋਲ ਸਸਤਾ ਕੀਤਾ। ਹੁਣ ਅਸੀਂ ਗੱਲ ਕਰਨੇ ਹਾਂ ਪੰਜਾਬ ਹੁਕੂਮਤ ਦੀ, ਜਿਹਦੇ ਵਿੱਚ ਮੁਹਤਰਮਾ ਮਰੀਮ ਨਵਾਜ਼ ਸਾਹਿਬਾ CM ਪੰਜਾਬ ਨੇ। ਅਤੇ ਉਹਨਾਂ ਨੇ ਕੀ ਕੀਤਾ, ਉਹ ਆਪਣੇ ਚਾਚਾ ਜੀ ਤੋਂ 2 ਹੱਥ ਜਿਹੜਾ ਨਾ ਉੱਤੇ ਚਿੰਗੇ ਨੇ। ਉਹਨਾਂ ਨੇ ਜਨਾਬ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਟਰਾਂਸਪੋਰਟ ਜਿਹੜੀ ਹੈ ਨਾ ਉਹ ਫ੍ਰੀ ਕਰ ਦਿੱਤੀ ਹੈ। ਪਬਲਿਕ ਟਰਾਂਸਪੋਰਟ, ਉਹ ਬੱਸਾਂ ਹੈਗੀਆਂ ਨੇ, ਠੀਕ ਹੈ, ਉਹ ਟ੍ਰੇਨਾਂ ਹੈਗੀਆਂ ਜਿਸ ਤਰ੍ਹਾਂ ਔਰਡਨ ਟ੍ਰੇਨ ਹੈਗੀ ਹੈ, ਠੀਕ ਹੈ, ਇਹ ਜਿੰਨੀਆਂ ਵੀ ਬੱਸਾਂ ਨੇ ਅਤੇ ਇਹ ਸਾਰੀਆਂ ਜਿਹੜੀਆਂ ਨੇ ਨਾ ਉਹ ਉਹਨਾਂ ਨੇ ਫ੍ਰੀ ਕਰ ਦਿੱਤੀਆਂ ਨੇ। ਅੱਛਾ, ਹੁਣ ਜਿਹੜੇ ਚੱਪੜ ਕਨਾਤੀ ਹੈਗੇ ਨੇ, ਜਿਹੜੇ PTI ਦੇ ਫਾਲੋਅਰ ਨੇ, ਜਿਹੜੇ ਜਾਹਿਲ ਲੋਕ ਹੈਗੇ ਨੇ, ਇਹਨਾਂ ਨੇ ਤੁਹਾਨੂੰ ਪਤਾ ਕਿ ਕੋਈ ਵੀ ਅੱਛਾ ਕੰਮ ਹੋ ਰਿਹਾ ਹੋਏ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਅਤੇ ਇਹਨਾਂ ਨੇ ਉਹਦਾ ਮਜ਼ਾਕ ਵੀ ਉਡਾਉਣਾ, ਠੱਟਾ ਵੀ ਉਡਾਉਣਾ ਅਤੇ ਉਹਦਾ ਜਿਹੜਾ ਨਾ ਉਹਦੇ 'ਤੇ ਨੁਕਸ ਵੀ ਕੱਢਣੇ ਨੇ। ਹੁਣ ਤੁਸੀਂ ਦੇਖੋ ਕਿ ਜਦੋਂ ਦਾ ਮਰੀਮ ਨਵਾਜ਼ ਸਾਹਿਬਾ ਨੇ ਨੂੰ ਫ੍ਰੀ ਕੀਤਾ ਪਬਲਿਕ ਟਰਾਂਸਪੋਰਟ ਨੂੰ, ਤਕਰੀਬਨ ਹੁਣ ਤੱਕ ਜਿਹੜਾ ਹੈਗਾ ਨਾ ਇੱਕ ਦਿਨ ਦੇ ਵਿੱਚ 3.5 ਲੱਖ ਬੰਦਾ ਸਫ਼ਰ ਕਰ ਰਿਹਾ। ਠੀਕ ਹੈ, ਉਹ ਜਿਹੜੀ ਐਵਰੇਜ ਕੱਢੀ ਗਈ ਹੈ ਨਾ ਉਹ ਐਵਰੇਜ ਦੇ ਹਿਸਾਬ ਨਾਲ 3.5 ਲੱਖ ਬੰਦਾ ਜਿਹੜਾ ਨਾ ਉਹ ਡੇਲੀ ਦਾ ਸਫ਼ਰ ਕਰ ਰਿਹਾ ਅਤੇ ਯੂਜ਼ ਕਰ ਰਿਹਾ ਪਬਲਿਕ ਟਰਾਂਸਪੋਰਟ ਨੂੰ। ਹੁਣ ਇਹਦਾ ਫਾਇਦਾ ਕੀ ਹੈ? ਇਹਦਾ ਫਾਇਦਾ ਹੈਗਾ ਕਿ ਜਨਾਬ ਤੁਸੀਂ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਜੋ ਤੁਸੀਂ ਚਲਾ ਰਹੇ ਹੋ ਉਹਨੂੰ ਤੁਸੀਂ ਜਨਾਬ ਘਰ ਦੇ ਵਿੱਚ ਰੱਖੋ। ਉਹ ਜਿਹੜਾ ਪੈਟਰੋਲ ਤੁਸੀਂ ਜ਼ਾਇਆ ਕਰਨਾ ਹੈ, ਇਸਤੇਮਾਲ ਕਰਨਾ, ਅਤੇ ਉਹਦੀ ਵੀ ਤੁਹਾਡੀ ਬੱਚਤ ਹੈ, ਤੁਹਾਡੇ ਪੈਸਿਆਂ ਦੀ ਵੀ ਬੱਚਤ ਹੈ। ਅਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਯਾਨੀ ਕਿ ਹੁਣ ਤੁਸੀਂ ਦੇਖੋ ਨਾ, ਮੈਂ ਤੁਹਾਨੂੰ ਮਿਸਾਲ ਇਸ ਚੀਜ਼ ਦੀ ਦਿੰਦਾ ਕਿ ਜੇ ਤੁਹਾਡੇ ਕੋਲ 2 ਗੱਡੀਆਂ ਨੇ, ਠੀਕ ਹੈ, ਅਤੇ ਇੱਕ ਗੱਡੀ ਤੁਸੀਂ ਬੰਦ ਕਰ ਦਿੰਦੇ ਤਾਂ ਦੂਸਰੀ ਗੱਡੀ ਨੂੰ ਇਸਤੇਮਾਲ ਕਰਦੇ ਹੋ, ਠੀਕ ਹੈ, ਅਤੇ ਤੁਸੀਂ ਕਹਿੰਦੇ ਕਿ ਜੀ ਇੱਕ ਗੱਡੀ ਹੀ ਹੁਣ ਇਸਤੇਮਾਲ ਹੋਗੀ ਕਿਉਂਕਿ ਪੈਟਰੋਲ ਮਹਿੰਗਾ ਹੋ ਗਿਆ। ਅਤੇ ਇਸੇ ਤਰ੍ਹਾਂ ਹੀ ਗੌਰਮੈਂਟ ਨੇ ਜਿਹੜਾ ਕੰਮ ਕੀਤਾ ਹੈ ਨਾ, ਜਿਹੜਾ ਕਦਮ ਚੁੱਕਿਆ ਉਹ ਇਹੀ ਚੁੱਕਿਆ ਕਿ ਤੁਸੀਂ ਆਪਣੀ ਗੱਡੀਆਂ ਅਤੇ ਮੋਟਰਸਾਈਕਲਾਂ ਜਿਹੜੀਆਂ ਨੇ ਉਹ ਤੁਸੀਂ ਬੰਦ ਕਰ ਦਿਓ ਅਤੇ ਤੁਸੀਂ ਸਾਡਾ ਟਰਾਂਸਪੋਰਟ ਜਿਹੜਾ ਹੈਗਾ ਨਾ ਪਬਲਿਕ ਦਾ ਉਹ ਇਸਤੇਮਾਲ ਕਰੋ ਤਾਂ ਕਿ ਤੁਹਾਡੇ ਪੈਟਰੋਲ ਦੀ ਵੀ ਬੱਚਤ ਹੋਏ, ਤੁਹਾਡੇ ਪੈਸਿਆਂ ਦੀ ਵੀ ਬੱਚਤ ਹੋਏ। ਇੱਕ ਜਗ੍ਹਾ ਦਾ ਦੇ ਵਿੱਚ ਪੈਟਰੋਲ ਯੂਜ਼ ਹੋ ਰਿਹਾ ਹੋਏਗਾ ਨਾ, ਡੀਜ਼ਲ ਇਸਤੇਮਾਲ ਹੋ ਰਿਹਾ ਹੋਏਗਾ ਅਤੇ ਉਹ ਇੰਨਾ ਦੁਖਦਾ ਨਹੀਂ ਹੈ, ਲੇਕਿਨ ਇਹੀ ਕਿ ਤੁਸੀਂ ਪਬਲਿਕ ਟਰਾਂਸਪੋਰਟ ਦੇ ਉੱਤੇ ਵੀ ਪੈਟਰੋਲ ਡੀਜ਼ਲ ਲੱਗ ਰਿਹਾ ਹੈ, ਗੱਡੀਆਂ ਦੇ ਉੱਤੇ ਵੀ, ਮੋਟਰਸਾਈਕਲ ਉੱਤੇ ਵੀ, ਅਤੇ ਉਹ ਫਿਰ ਜ਼ਿਆਦਾ ਇਸਤੇਮਾਲ ਹੋਏਗਾ। ਸਮਝ ਆ ਰਹੀ ਹੈ? ਜਿਹੜਾ ਅਨਲੀਡਡ ਹੈਗਾ ਡੀਜ਼ਲ ਹੈਗਾ ਉਹ ਜ਼ਿਆਦਾ ਤੋਂ ਜ਼ਿਆਦਾ ਫਿਰ ਇਸਤੇਮਾਲ ਹੁੰਦਾ ਅਤੇ ਲਿਹਾਜ਼ਾ ਜਿਹੜੀ ਪੰਜਾਬ ਹੁਕੂਮਤ ਹੈ ਉਹਨੇ ਸਮਝਦਾਰੀ ਦਾ ਮੁਜ਼ਾਹਰਾ ਕਰਦੇ ਹੋਇਆ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਆਪਣੀ ਜਿਹੜੀ ਜ਼ਾਤੀ ਜਿਹੜੀ ਪਰਸਨਲ ਟਰਾਂਸਪੋਰਟ ਹੈਗੀ ਹੈ ਉਹਨੂੰ ਤੁਸੀਂ ਘਰ ਦੇ ਵਿੱਚ ਲੌਕ ਕਰ ਦਿਓ ਅਤੇ ਤੁਸੀਂ ਆ ਕੇ ਅਤੇ ਪਬਲਿਕ ਟਰਾਂਸਪੋਰਟ ਫ੍ਰੀ ਇਸਤੇਮਾਲ ਕਰੋ। ਤੁਸੀਂ ਕੋਈ ਕਿਰਾਇਆ ਨਹੀਂ ਦੇਣਾ, ਤੁਹਾਨੂੰ ਕੁਛ ਨਹੀਂ ਕਰਨਾ ਪੈਣਾ। ਅਤੇ ਹੁਣ ਤੱਕ ਜਿਹੜਾ ਹੈਗਾ ਨਾ ਯਾਨੀ ਕਿ ਡੇਲੀ ਦਾ 3.5 ਲੱਖ ਬੰਦਾ ਜਿਹੜਾ ਨਾ ਉਹ फ़ायदा उठा रहा है तो पब्लिक ट्रांसपोर्ट इस्तेमाल कर रहा।
ਤੇ ਯਕੀਨ ਮੰਨੋ ਕਿ ਅੱਜ ਚੌਥਾ ਦਿਨ ਹੈਗਾ, ਚੌਥਾ ਪੰਜਵਾਂ ਦਿਨ। ਮੈਂ ਇਹਨਾਂ 3-4 ਦਿਨਾਂ ਦੇ ਵਿੱਚ ਨਾ ਮੈਂ ਸਰਵੇ ਕਰ ਰਿਹਾ ਸੀ ਤੇ ਮੈਂ ਚੈੱਕ ਕਰ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਕਿ ਇਹਦਾ ਆਊਟਕਮ ਕੀ ਨਿਕਲਦਾ ਹੈ। ਆਊਟਕਮ ਜਨਾਬ ਇਹਦਾ ਇਹ ਹੋਇਆ ਕਿ ਜਿੰਨੇ ਵੀ ਲੋਕ ਨੇ, ਜਿੰਨੇ ਵੀ ਸਕੂਲ ਦੇ ਤਲਬਾ ਹਜ਼ਰਾਤ ਤੋਂ ਲੈ ਕੇ ਤੇ ਆਫਿਸ ਜਾਣ ਵਾਲੇ ਜਿੰਨੇ ਵੀ ਲੋਕ ਨੇ, ਉਹਨਾਂ ਸਾਰਿਆਂ ਨੇ ਜਿਹੜਾ ਨਾ ਇਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਹੈ ਮਰੀਮ ਨਵਾਜ਼ ਸਾਹਿਬ ਦੇ ਇਸ ਫੈਸਲੇ ਨੂੰ। ਉਹਨਾਂ ਨੇ ਕਿਹਾ ਜੀ ਕਿ ਇਹ ਸਾਡੀ ਹੁਣ ਬੱਚਤ ਹੀ ਹੋ ਰਹੀ ਹੈ, ਠੀਕ ਹੈ। ਦੁਆ ਤੇ ਸਾਰੇ ਕਰਦੇ ਨੇ ਕਿ ਜੀ ਪੈਟਰੋਲ ਵੀ ਸਸਤਾ ਹੋਇਆ, ਜੰਗ ਵੀ ਰੁਕੇ, ਤਾਂ ਕਿ ਅਸੀਂ ਦੁਬਾਰਾ ਆਪਣੀ ਜ਼ਾਤੀ ਜਿਹੜੀ ਟਰਾਂਸਪੋਰਟ ਹੈਗੀ ਹੈ ਤੇ ਉਹਨੂੰ ਇਸਤੇਮਾਲ ਕਰ ਸਕੀਏ ਤੇ ਅਸੀਂ ਟਾਈਮ ਸਿਰ ਵੀ ਪਹੁੰਚੀਏ ਤੇ ਨਾਲੇ ਯਾਨੀ ਕਿ ਆਪਣੀ ਜਿਹੜੀ ਸਵਾਰੀ ਹੈ ਉਹਨੂੰ ਜ਼ਿਆਦਾ ਪ੍ਰੈਫਰ ਕਰੀਏ। ਤੇ ਇਨਸ਼ਾਅੱਲਾ ਤਾਲਾ ਉਹ ਵਕਤ ਵੀ ਦੂਰ ਨਹੀਂ, ਕੁਛ ਦਿਨਾਂ ਦੀ ਖੇਡ ਮੈਨੂੰ ਲੱਗ ਰਹੀ ਹੈ ਕਿ ਹੋਏਗਾ ਇਨਸ਼ਾਅੱਲਾ ਤਾਲਾ। ਜੰਗ ਰੁਕੇਗੀ, ਅਬਨਾਏ ਹੁਰਮਜ਼ ਖੁੱਲ੍ਹ ਜਾਏਗਾ ਤੇ ਪੈਟਰੋਲ ਦੀ ਜਿਹੜੀ ਬੰਦਿਸ਼ ਰੁਕੀ ਹੋਈ ਹੈ ਉਹ ਵੀ ਖੁੱਲ੍ਹ ਜਾਏਗੀ ਤੇ ਹਰ ਜਗ੍ਹਾ ਪੈਟਰੋਲ ਦੀ ਫਰਾਵਾਨੀ ਹੋਏਗੀ ਇਨਸ਼ਾਅੱਲਾ ਤਾਲਾ। ਤੇ ਇਹ ਜੰਗ ਦਾ ਰੁਕਣਾ ਜਿਹੜਾ ਬੜਾ ਜ਼ਰੂਰੀ ਹੈਗਾ। ਤੇ ਜਨਾਬੇ ਆਲੀ ਜਿਹੜਾ ਫ੍ਰੀ ਟਰਾਂਸਪੋਰਟ ਹੈਗਾ, ਇਹਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ, ਲੋਕੀ ਬਹੁਤ ਖੁਸ਼ ਨੇ, ਦੁਆਵਾਂ ਵੀ ਦੇ ਰਹੇ ਨੇ ਤੇ ਐਪਰੀਸ਼ੀਏਟ ਵੀ ਕਰ ਰਹੇ ਨੇ ਹੁਕੂਮਤ ਦੇ ਇਸ ਇਕਦਾਮ ਨੂੰ। ਜੇ ਕੋਈ ਐਪਰੀਸ਼ੀਏਟ ਨਹੀਂ ਕਰ ਰਿਹਾ, ਜਿਨ੍ਹਾਂ ਦੇ ਮੂੰਹ ਦੇ ਤੇ 12 ਵਜੇ ਹੋਏ ਨੇ, ਜਿਹੜੇ ਸੜ ਮਾਰਦੇ ਨੇ, ਉਹ ਸਿਰਫ ਇੱਕੋ ਹੀ ਕੌਮ ਹੈਗੀ ਹੈ ਜਿਹਨੂੰ ਕੌਮੇ ਯੂਥ ਕਹਿੰਦੇ ਨੇ। ਉਹ ਇਹਨਾਂ ਨੂੰ ਸਿਵਾਏ ਪ੍ਰੋਪੇਗੈਂਡਾ ਕਰਨ ਦੇ, ਝੂਠ ਬੋਲਣ ਦੇ, ਗੁੰਮਰਾਹੀ ਫੈਲਾਉਣ ਦੇ, ਜ਼ਹਿਰ ਫੈਲਾਉਣ ਦੇ, ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ। ਕਿਉਂਕਿ ਇਹ ਸਮਝਦੇ ਨੇ ਕਿ ਜਨਾਬ ਕਿ ਜੀ ਕਿ ਜੇ ਸਾਡਾ ਲੀਡਰ ਨਹੀਂ ਹੈਗਾ ਤੇ ਫਿਰ ਕਿਸੇ ਦਾ ਲੀਡਰ ਵੀ ਜਿਹੜਾ ਨਾ ਉਹ ਐਪਰੀਸ਼ੀਏਟ ਦੇ ਕਾਬਿਲ ਨਹੀਂ ਹੈਗਾ ਕਿ ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰਨਾ ਉਹਦੇ ਚੰਗੇ ਕੰਮ ਨੂੰ। ਹੁਣ ਤੁਸੀਂ ਦੇਖੋ ਕਿ ਇਮਰਾਨ ਖਾਨ ਸਾਹਿਬ ਜਦੋਂ 4 ਸਾਲ ਪ੍ਰਾਈਮ ਮਿਨਿਸਟਰ ਰਹੇ, ਠੀਕ ਹੈ, ਉਹਨਾਂ ਦਾ ਜਿਹੜਾ ਇੱਕ ਉਹ ਹੈਗਾ ਸੀ ਵਜ਼ੀਰ ਆਲਾ ਉਸਮਾਨ ਬੁਜ਼ਦਾਰ, ਤੇ ਤੁਸੀਂ ਉਹਦੇ ਕੰਮ ਚੈੱਕ ਕਰ ਲਓ ਕਿ ਉਹਨੇ 4 ਸਾਲਾਂ ਦੇ ਵਿੱਚ ਪੰਜਾਬ ਨੂੰ ਕੀ ਦਿੱਤਾ ਤੇ ਬਹਿਸੀਅਤ ਤੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਕੀ ਦਿੱਤਾ, ਠੀਕ ਹੈ, ਪਾਕਿਸਤਾਨ ਨੂੰ। ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਉਹ ਲੋਕ ਹੈਗੇ ਨੇ ਜਿਹੜੇ ਇਮਰਾਨ ਖਾਨ ਦੇ ਦੌਰ ਦੇ ਵਿੱਚ ਜਦੋਂ ਡਿਲੀਵਰ ਨਹੀਂ ਕਰ ਰਿਹਾ ਸੀ ਤੇ ਬਹੁਤ ਬੁਰੇ ਤਰੀਕੇ ਦੇ ਨਾਲ ਨਾਕਾਮ ਹੋ ਰਿਹਾ ਸੀ ਤੇ ਇਹ ਝੋਲੀਆਂ ਚੁੱਕ ਕੇ ਬਦਦੁਆਵਾਂ ਦਿੰਦੇ ਸਨ ਇਮਰਾਨ ਖਾਨ ਨੂੰ। ਮੈਂ ਤੁਹਾਨੂੰ ਬਿਲਕੁਲ ਸਹੀ ਗੱਲ ਦੱਸ ਰਿਹਾ। ਮੇਰੇ ਕੋਲ ਇੱਥੇ ਵੀ ਇੰਨੇ ਲੋਕ ਹੈਗੇ ਸਨ ਜਿਹੜੇ PTI ਦੇ ਹੈਗੇ ਸਨ ਫਾਲੋਅਰ ਤੇ ਇਮਰਾਨ ਲਵਰ ਸਨ। ਤੇ ਯਕੀਨ ਮੰਨੋ ਅਸੀਂ ਪ੍ਰਾਈਵੇਟ ਮਹਿਫਲਾਂ ਦੇ ਵਿੱਚ ਬੈਠਦੇ ਸੀ ਤੇ ਇਹ ਝੋਲੀ ਚੁੱਕ ਕੇ ਬਦਦੁਆਵਾਂ ਦੇਣੀਆਂ ਤੇ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਸਨ ਇਮਰਾਨ ਖਾਨ ਨੂੰ, ਠੀਕ ਹੈ, ਕਿ ਜੀ ਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ, ਹਰ ਚੀਜ਼ ਮਹਿੰਗੀ ਹੋ ਗਈ ਤੇ ਫਲਾਣਾ ਤੇ ਧਮਕਾਣਾ, ਤੇ ਹੁਣ ਅਸੀਂ ਜਿਹੜਾ ਨਾ ਇਹਨੂੰ ਕਦੀ ਵੋਟ ਨਹੀਂ ਦੇਣਾ, ਇਹ ਜੇ ਉਤਰ ਗਿਆ ਤੇ ਫਿਰ ਜਿਹੜਾ ਨਾ ਅਸੀਂ ਇਹਨੂੰ ਵੋਟ ਨਹੀਂ ਦੇਣਾ। ਲੇਕਿਨ ਜਨਾਬੇ ਆਲੀ ਹੋਇਆ ਇਸ ਤਰ੍ਹਾਂ ਕਿ ਜੀ ਜਦੋਂ ਨੋ ਕੌਨਫੀਡੈਂਸ ਵੋਟ ਦੇ ਜ਼ਰੀਏ ਇਮਰਾਨ ਖਾਨ ਦੀ ਹਕੂਮਤ ਨੂੰ ਹਟਾਇਆ ਗਿਆ। ਇਹ ਵੀ ਦੇਖੋ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਇਮਰਾਨ ਖਾਨ ਪਹਿਲਾ ਵਜ਼ੀਰ ਆਜ਼ਮ ਹੈ ਜਿਹਨੂੰ ਕਿ ਨੋ ਕੌਨਫੀਡੈਂਸ ਦੇ ਜ਼ਰੀਏ ਹਟਾਇਆ ਗਿਆ। ਇਸ ਤੋਂ ਪਹਿਲੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਆਏ ਨੇ ਨਾ ਉਹ ਕਦੀ ਵੀ ਇਸ ਤਰ੍ਹਾਂ ਨੋ ਕੌਨਫੀਡੈਂਸ ਦੇ ਵੋਟ ਦੇ ਜ਼ਰੀਏ ਨਹੀਂ ਗਏ, ਠੀਕ ਹੈ। ਲੇਕਿਨ ਇਮਰਾਨ ਖਾਨ ਨੇ ਇਹ ਐਜ਼ਾਜ਼ ਹਾਸਿਲ ਕੀਤਾ ਹੈ ਤੇ ਉਹ ਤੁਸੀਂ ਦੇਖੋ ਕਿ ਜਦੋਂ ਉਹਨੂੰ ਹਟਾਇਆ ਗਿਆ ਤੇ ਫਿਰ ਉਹਨੇ ਇੱਕ ਟਰੰਪ ਕਾਰਡ ਹੈ ਖੇਲਿਆ ਕਿ ਉਹ ਮਾਸੂਮ ਬਣ ਗਿਆ, ਬੇਗੁਨਾਹ ਬਣ ਗਿਆ। ਉਹਨੇ 70-75 ਜਲਸਿਆਂ ਦੇ ਵਿੱਚ ਸਿਰਫ ਇਹੀ ਰੋਂਦਾ ਰਿਹਾ ਕਿ ਜੀ ਮੇਰੇ ਨਾਲ ਜ਼ਿਆਦਤੀ ਹੋਈ ਹੈ ਤੇ ਮੈਨੂੰ ਹਕੂਮਤ ਨਹੀਂ ਕਰਨ ਦਿੱਤੀ ਗਈ ਤੇ ਮੇਰੇ ਖਿਲਾਫ ਸਾਜ਼ਿਸ਼ ਕੀਤੀ ਗਈ। ਉਹ ਸਾਈਫਰ ਦਾ ਉਹਨੇ ਕੋਈ ਜਿਹੜਾ ਸੀ ਨਾ ਉਹ ਰਾਗ ਲਾਪਣਾ ਸ਼ੁਰੂ ਕਰ ਦਿੱਤਾ। ਪਹਿਲੇ ਕਹਿੰਦੇ ਨੇ ਜੀ ਕਿ ਅਮਰੀਕਾ ਨੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਹੈ, ਅੱਜ ਅਸੀਂ ਅਮਰੀਕਾ ਦੇ ਗੁਣ ਗਾਉਂਦੇ ਨੇ। ਟਰੰਪ ਜਦੋਂ ਇਲੈਕਸ਼ਨ ਲੜ ਰਿਹਾ ਸੀ ਤੇ ਸਜਦੇ ਦੇ ਵਿੱਚ ਡਿੱਗੇ ਸਨ, ਦੁਆਵਾਂ ਮੰਗਦੇ ਸਨ, ਨਫਲ ਮੰਗਦੇ ਸਨ, ਮੰਨਤਾਂ ਮੰਗਦੇ ਸਨ ਕਿ ਜੀ ਟਰੰਪ ਜਿੱਤੇ ਤੇ ਸਾਡੀ ਜਿਹੜਾ ਨਾ ਕੋਈ ਸੁਣਨ ਵਾਲਾ ਹੋਏ, ਕਿਉਂਕਿ ਜੋ ਬਾਈਡਨ ਨਾਲ ਸੁਣ ਨਹੀਂ ਰਿਹਾ ਸੀ। ਤੇ ਉਸ ਤੋਂ ਪਹਿਲੇ ਇਹਨਾਂ ਨੇ ਜਾ ਕੇ ਜਿਹੜੇ ਕਾਂਗਰਸਮੈਨ ਸਨ ਤੇ ਕਾਂਗਰਸ ਦੇ ਜਿਹੜੇ ਮੈਂਬਰ ਸਨ ਉਹਨਾਂ ਨੂੰ, ਜ਼ਿਆਦਾਤਰ ਜਿਹੜੇ ਯਹੂਦੀ ਸਨ, ਠੀਕ ਹੈ, ਜਿਹਦੇ 'ਚ ਬ੍ਰੈਡ ਸ਼ਰਮਨ ਜਿਹੜਾ ਸੀ ਉਹ ਨੁਮਾਇਆ, ਉਹ ਕਟੜ ਯਹੂਦੀ ਤੇ ਫਲਸਤੀਨੀਆਂ ਦਾ ਬਦਤਰੀਨ ਦੁਸ਼ਮਣ ਹੈਗਾ, ਉਹਦੇ ਕੋਲ ਜਾਂਦੇ ਸਨ। ਇਹ ਜਦੋਂ ਕਾਸਮ ਤੇ ਸੁਲੇਮਾਨ ਵੀ ਗਏ ਨੇ, ਠੀਕ ਹੈ, ਅਮਰੀਕਾ, ਤੇ ਉਹਨਾਂ ਨੇ ਵੀ ਸਭ ਤੋਂ ਪਹਿਲੇ ਜਾ ਕੇ ਉਹਨੂੰ ਮਿਲਿਆ। ਇੱਕ ਤਾਂ ਜਰਨੈਲ ਸੀ ਨਾ ਰਿਚਰਡ ਜਰਨੈਲ, ਤੇ ਉਹਨੂੰ ਵੀ ਮਿਲੇ ਨੇ, ਉਹ ਹਮਜਿਨਸ ਪਰਸ।
ਤੇ ਇਹਨੂੰ ਵੀ ਮਿਲੇ ਨੇ ਬਲੱਡ ਸ਼ਰਮਨ ਤੇ ਹੋਰ ਯਾਨੀ ਕਿ ਮਿਲੇ ਹੀ ਜਾ ਕੇ ਯਹੂਦੀਆਂ ਨੂੰ ਸਨ, ਉਹਨਾਂ ਨੂੰ ਜਿਹੜੇ ਕਿ ਕੱਟੜ ਮੁਸਲਮਾਨਾਂ ਦੇ ਦੁਸ਼ਮਣ ਨੇ, ਫਲਸਤੀਨ ਦੇ ਦੁਸ਼ਮਣ ਹੈਗੇ ਨੇ, ਠੀਕ ਹੈ। ਤੇ ਇਹਨਾਂ ਨੇ ਉਹਨਾਂ ਨੇ ਫਿਰ ਆਪਣਾ ਜਿਹੜਾ ਸੀ ਨਾ ਕੋਈ ਟਵੀਟਾਂ ਕੀਤੀਆਂ, ਪੈਸੇ ਪੂਸੇ ਲੈ ਕੇ ਇਮਰਾਨ ਖਾਨ ਦੇ ਹੱਕ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡਾ ਪਾਲਿਆ ਹੋਇਆ ਬੱਚਾ, ਤੇ ਜੇ ਇਹਨੂੰ ਕੁਝ ਹੋ ਗਿਆ ਤਾਂ ਫਿਰ ਅਸੀਂ ਪਾਕਿਸਤਾਨ ਦੇ ਵਿੱਚ ਆਪਣੀ ਜਿਹੜੀ ਨਾ ਉਹ ਐਕਟੀਵਿਟੀ ਜਿਹੜੀ ਕਰ ਰਹੇ ਹਾਂ ਪਾਕਿਸਤਾਨ ਨੂੰ ਡੀਸਟੇਬਲਾਈਜ਼ ਕਰਨ ਦੀ, ਤੇ ਉਹ ਕਦੀ ਨਹੀਂ ਕਰ ਸਕਾਂਗੇ। ਤੇ ਲਿਹਾਜ਼ਾ ਤੁਸੀਂ ਬਸ ਇਹ ਦੇਖੋ ਕਿ ਇਹ ਜਿਹੜੀ ਕੌਮੇ ਯੂਥ ਹੈਗੀ ਨਾ, ਸਿਰਫ ਇਹੀ ਜਿਹੜਾ ਨਾ ਉਹ ਇਸ ਚੀਜ਼ ਤੋਂ ਖੁਸ਼ ਨਹੀਂ ਹੈਗੀ, ਲੇਕਿਨ ਜਿਹੜੀ ਪੂਰੀ ਪਾਕਿਸਤਾਨੀ ਕੌਮ ਹੈ ਨਾ, ਖਾਸ ਕਰ ਜਿਹੜੇ ਪੰਜਾਬ ਦੀ ਲੋਕ ਨੇ, ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਨੇ। ਤੇ ਬਸ ਮੈਂ ਇੰਨਾ ਹੀ ਕਹਿਣਾ ਹੈ ਕਿ ਜਨਾਬ ਕਿ ਪੈਟਰੋਲ ਇਨਸ਼ਾਅੱਲਾ ਤਾਲਾ ਹੁਣ ਸਸਤਾ ਹੋਣ ਜਾ ਰਿਹਾ, ਤੇ ਜਦੋਂ ਇਨਸ਼ਾਅੱਲਾ ਤਾਲਾ ਸਸਤਾ ਹੋ ਜਾਏਗਾ, ਆਪਣੀ ਪੁਰਾਣੀ ਕੀਮਤ ਦੇ ਵਿੱਚ ਵਾਪਸ ਆ ਜਾਏਗਾ, ਤੇ ਫਿਰ ਪਬਲਿਕ ਟਰਾਂਸਪੋਰਟ ਜਿਹੜੀ ਨਾ ਉਹ ਫਿਰ ਫਰੀ ਨਹੀਂ ਹੋਏਗੀ। ਤੇ ਅਸੀਂ ਮਰੀਮ ਨਵਾਜ਼ ਸਾਹਿਬਾ ਨੂੰ ਐਪਰੀਸ਼ੀਏਟ ਕਰਨੇ ਆ ਕਿ ਜਿਸ ਤਰ੍ਹਾਂ ਉਹ ਆਪਣਾ ਹੁਕੂਮਤ ਕਰ ਰਹੇ ਨੇ, ਤਕਰੀਬਨ ਉਹਨਾਂ ਨੂੰ 2 ਸਾਲ ਹੋ ਗਏ ਨੇ, ਤੇ 2 ਸਾਲ ਦੇ ਵਿੱਚ ਉਹਨਾਂ ਨੇ ਜੋ ਡਿਲੀਵਰ ਕੀਤਾ ਉਹ ਸਭ ਨੇ ਦੇਖਿਆ, ਸਾਰੇ ਸੂਬਿਆਂ ਤੋਂ ਜਿਹੜਾ ਨਾ ਬੜਾ ਅੱਛਾ ਕੰਮ ਕੀਤਾ ਹੈਗਾ। ਤੇ ਅਸੀਂ ਇਹੀ ਚਾਹਾਂਗੇ ਕਿ ਦੂਸਰੇ ਸੂਬੇ ਦੇ ਵੀ ਜਿਹੜੇ ਵਜ਼ੀਰ ਆਲਾ ਨੇ ਉਹ ਵੀ ਆਪਣੇ ਸੂਬੇ ਦੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਖੁਸ਼ੀਆਂ ਦੇਣ, ਉਹਨਾਂ ਨੂੰ ਸਹੂਲਤਾਂ ਦੇਣ, ਤਾਂ ਕਿ ਨਾ ਸਿਰਫ ਪੰਜਾਬ ਬਲਕਿ ਹਰ ਸੂਬਾ ਖੁਸ਼ਹਾਲ ਰਹੇ ਤੇ ਪਾਕਿਸਤਾਨ ਖੁਸ਼ਹਾਲ ਰਹੇ ਇਨਸ਼ਾਅੱਲਾ ਤਾਲਾ। ਲੋ ਜੀ, ਸਾਡਾ ਅੱਜ ਦਾ ਵੀਲੌਗ ਇੱਥੇ ਖ਼ਤਮ ਹੁੰਦਾ ਹੈ। ਅਸੀਂ ਇਸ ਨਾਰੇ ਦੇ ਨਾਲ ਇਖਤਤਾਮ ਕਰਨੇ ਆ ਕਿ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।